ਵੋਟਾਂ ਦੀ ਮੰਡੀ ਦੇ ਵਿੱਚ ਜਿਹੜੇ ਸਾਡੇ ਇਹ ਸੁਦਾਗਰ ਨੇ ਵੋਟਾਂ ਦੇ, ਤੇ ਉਹ ਆਪਣਾ ਲੋਟ ਦੇਖਦੇ ਨੇ। ਤੇ ਜੇ ਉਹਨਾਂ ਨੂੰ ਲੋਟ ਲੱਗੇ ਕਿ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਦੇ ਹੱਕ ਦੇ ਵਿੱਚ ਹਲਫਨਾਮਾ ਦੇਣਾ ਜਾਂ ਬਿਆਨ ਦੇਣਾ ਜਿਹਦੇ ਨਾਲ ਉਹਨਾਂ ਦੀ ਰਾਜਨੀਤੀ ਸਿੱਧ ਹੁੰਦੀ ਹੈ, ਠੀਕ ਹੁੰਦੀ ਹੈ, ਤੇ ਉਹ ਦੇ ਦਿੰਦੇ ਨੇ। ਜਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਕਿਸੇ ਹੋਰ ਭਾਈਚਾਰੇ ਨੂੰ ਖੁਸ਼ ਕਰਨਾ ਤੇ ਫਿਰ ਉਹ ਦੂਸਰੇ ਪਾਸੇ ਖੜ੍ਹ ਜਾਂਦੇ ਨੇ। ਦੂਜੇ ਪਾਸੇ ਕੇਜਰੀਵਾਲ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੀ ਰਿਹਾਈ ਅਸੀਂ ਤਾਂ ਨਹੀਂ ਕਰ ਰਹੇ ਕਿ ਜਿਹੜੀ ਪੁਲਿਸ ਆ ਉਹ ਕੇਂਦਰ ਸਰਕਾਰ ਦੇ ਹੱਥ ਦੇ ਵਿੱਚ। 3 ਸਾਲਾਂ ਜੇ ਗੱਲ ਕਰੀਏ ਬਾਬਾ ਸਿਰਸੇ ਵਾਲੀ ਦੀ ਗੱਲ ਕਰਦੇ ਹਾਂ ਆਪਾਂ, ਉਹਨਾਂ ਨੂੰ ਤਾਂ ਪੈਰੋਲ ਵੀ ਮਿਲ ਗਈ। ਭਾਈ ਦਵਿੰਦਰਪਾਲ ਭੁੱਲਰ ਨੂੰ ਕਦੀ ਪੈਰੋਲ ਮਿਲੀ ਹੈ? ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਸਕਰੋਲ ਪੰਜਾਬ ਟੀਵੀ ਤੇ ਮੈਂ ਰਜਿੰਦਰ ਭੱਟ। ਜਦੋਂ ਵੀ ਜੇਕਰ ਗੱਲ ਕਰੀਏ ਆਪਾਂ ਸੰਵਿਧਾਨ ਦੇ ਅਕੋਰਡਿੰਗ, ਜਦੋਂ ਵੀ ਕੋਈ ਜੁਰਮ ਕਰਦਾ ਤਾਂ ਉਸ ਦੀ ਸਜ਼ਾ ਪੂਰੀ ਹੋਣ 'ਤੇ ਸੰਵਿਧਾਨ ਦੇ ਅਕੋਰਡਿੰਗ ਉਹਨੂੰ ਛੱਡਣਾ ਪੈਂਦਾ, ਪਰ ਰਿਹਾ ਕਰਨਾ ਪੈਂਦਾ। ਪਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੋ ਕਿ ਲੰਬੇ ਸਮੇਂ ਤੋਂ ਕਰੀਬ 28 ਸਾਲ ਤੋਂ ਆਪਣੀ ਸਜ਼ਾਵਾਂ ਪੂਰੀਆਂ ਕਰਕੇ ਜੇਲ੍ਹ ਦੇ ਵਿੱਚ ਬੰਦ ਨੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਜਿੱਥੇ ਕਿ ਸਿੱਖਾਂ ਦੇ ਵਿੱਚ ਰੋਸ ਆ ਪਰ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਉੱਥੇ ਹੀ ਸਾਡੇ ਨਾਲ ਅੱਜ ਕੱਲ੍ਹ ਜੋ ਕਿ ਬੀਤੇ ਦਿਨੀ ਬੰਦੀ ਸਿੰਘ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਜੋ ਫੈਸਲਾ ਫਿਰ ਵੀ ਰੱਦ ਕੀਤਾ ਗਿਆ, ਉਹਨਾਂ ਦੀ ਰਿਹਾਈ ਰੱਦ ਕੀਤੀ ਗਈ। ਗੱਲਬਾਤ ਕਰਾਂਗੇ, ਸਾਡੇ ਨਾਲ ਮੌਜੂਦ ਨੇ ਅੰਤਰੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ। ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨਾਲ ਗੱਲਬਾਤ ਕਰਦੇ ਉਹਨਾਂ ਦਾ ਕੀ ਕਹਿਣਾ। ਸਤਿ ਸ਼੍ਰੀ ਅਕਾਲ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਰਿਹਾਈ ਨੂੰ ਲੈ ਕੇ ਜੇਕਰ ਗੱਲ ਕਰੀਏ, ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ ਤੇ ਸੰਵਿਧਾਨ ਦੇ ਅਕੋਰਡਿੰਗ ਜਦੋਂ ਵੀ ਕੋਈ ਸਜ਼ਾ ਪੂਰੀ ਕਰ ਲੈਂਦਾ ਉਹਨੂੰ ਛੱਡਣਾ ਪੈਂਦਾ, ਪਰ ਕੀ ਕਾਰਨ ਇਹਦੇ ਪਿੱਛੇ ਜੀ? ਦੇਖੋ, ਇਹ ਨਵਾਂ ਮਸਲਾ ਨਹੀਂ, ਇਸ ਮੁਲਕ ਦੀ ਸਾਡੀ ਬਦਕਿਸਮਤੀ ਆ ਕਿ ਇੱਥੇ ਭਾਵੇਂ ਸੰਵਿਧਾਨ ਬਹੁਤ ਮਜ਼ਬੂਤ ਹੈ ਪਰ ਸੰਵਿਧਾਨ ਨੂੰ ਜਿਹੜਾ ਹੈ ਆਪਣੀ ਸੁਵਿਧਾ ਦੇ ਅਨੁਸਾਰ ਜਿਹੜਾ ਹੈ ਉਹਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਦੇਖੋ, ਸੰਵਿਧਾਨ ਤਾਂ ਕਹਿੰਦਾ ਕਿ ਜੇ ਕਿਸੇ ਨੇ ਜੁਰਮ ਕੀਤਾ ਤੇ ਉਹਦੀ ਸਜ਼ਾ ਪੂਰੀ ਹੋ ਗਈ, ਉਹਨੂੰ ਛੱਡ ਦਿਓ। ਪਰ ਇੱਥੇ ਸਜ਼ਾ ਨਾਲੋਂ ਵੀ ਦੁੱਗਣਾ ਸਮਾਂ ਜਿਹੜਾ ਉਹ ਭੋਗ ਚੁੱਕੇ ਨੇ ਭਾਈ ਦਵਿੰਦਰਪਾਲ ਸਿੰਘ ਭੁੱਲਰ। ਫਿਰ ਉਹ ਮਾਨਸਿਕ ਤੌਰ 'ਤੇ ਪਿਛਲੇ ਸਮੇਂ ਵਿੱਚ ਬਿਮਾਰ ਵੀ ਰਹੇ ਅਤੇ ਵੈਸੇ ਹੀ ਜਿਹੜੀ ਹੈ ਤਰਸ ਦੇ ਆਧਾਰ 'ਤੇ ਵੀ ਬਣਦਾ। ਪਰ ਇਸ ਵੋਟਾਂ ਦੀ ਮੰਡੀ ਦੇ ਵਿੱਚ ਜਿਹੜੇ ਸਾਡੇ ਇਹ ਸੁਦਾਗਰ ਨੇ ਵੋਟਾਂ ਦੇ, ਅਤੇ ਉਹ ਆਪਣਾ ਲੋਟ ਦੇਖਦੇ ਨੇ। ਅਤੇ ਜੇ ਉਹਨਾਂ ਨੂੰ ਲੋਟ ਲੱਗੇ ਕਿ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਦੇ ਹੱਕ ਦੇ ਵਿੱਚ ਹਲਫਨਾਮਾ ਦੇਣਾ ਜਾਂ ਬਿਆਨ ਦੇਣਾ ਜਿਹਦੇ ਨਾਲ ਉਹਨਾਂ ਦੀ ਰਾਜਨੀਤੀ ਸਿੱਧ ਹੁੰਦੀ ਹੈ, ਠੀਕ ਹੁੰਦੀ ਹੈ, ਅਤੇ ਉਹ ਦੇ ਦਿੰਦੇ ਨੇ। ਜਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਕਿਸੇ ਹੋਰ ਭਾਈਚਾਰੇ ਨੂੰ ਖੁਸ਼ ਕਰਨਾ ਅਤੇ ਫਿਰ ਉਹ ਦੂਸਰੇ ਪਾਸੇ ਖੜ੍ਹ ਜਾਂਦੇ ਨੇ। ਅਤੇ ਜਦੋਂ ਕਿ ਜਿਹੜਾ ਕਾਨੂੰਨ ਹੈ ਜਾਂ ਜਿਹੜਾ ਬੰਦਾ ਸੰਵਿਧਾਨਕ ਅਹੁਦੇ 'ਤੇ ਬੈਠਾ, ਉਹਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਜਿਹੜਾ ਵਕਤ ਦੀ ਨਜ਼ਾਕਤ, ਸੰਵਿਧਾਨ ਦੇ ਅਨੁਸਾਰ ਅਤੇ ਜਿਹੜੀ ਆ ਮਨੁੱਖੀ ਕਦਰਾਂ ਕੀਮਤਾਂ ਦੀ, ਜਿਹੜੀ ਹਿਊਮਨ ਰਾਈਟਸ ਦੀ ਗੱਲ ਕੀਤੀ ਜਾਂਦੀ ਆ, ਉਹਦੇ ਅਨੁਸਾਰ ਫੈਸਲਾ ਲੈਣਾ ਚਾਹੀਦਾ। ਸੋ ਪਰ ਇਹ ਸਾਰਾ ਕੁਝ ਜੋ ਕੁਛ ਵੀ ਹੋ ਰਿਹਾ ਇਹ ਵੋਟਾਂ ਦਾ ਜਿਹੜਾ ਵਪਾਰ ਹੈ। ਬਾਬਾ ਜੀ, ਜੇਕਰ ਸੰਵਿਧਾਨ ਦੀ ਗੱਲ ਕਰੀਏ, ਸੰਵਿਧਾਨ ਦੇ ਅਕੋਰਡਿੰਗ ਜਦੋਂ ਕਹਿੰਦੇ ਛੱਡਣਾ ਹੀ ਪੈਂਦਾ, ਪਰ ਫਿਰ ਵੀ ਇਹ ਸਰਕਾਰਾਂ ਆਪਣੇ ਸੰਵਿਧਾਨ ਦਾ ਕਤਲ ਕਰਕੇ ਰਿਹਾ ਹੀ ਨਹੀਂ ਕਰ ਰਹੇ ਸਿੱਖਾਂ ਦੀ, ਕੀ ਗੱਲ ਹੈ? ਦੇਖੋ ਜੀ, ਉਹਦੇ ਵਿੱਚ ਇਹਨਾਂ ਦੇ ਕੋਲ ਬੜੇ ਰਾਹ ਨੇ ਅਤੇ ਇਸ ਕਰਕੇ ਇਹ ਆਪਣੇ ਉਹ ਰਾਹ ਜਿਹੜੇ ਨੇ ਅਖਤਿਆਰ ਕਰ ਰਹੇ ਨੇ। ਆਪਾਂ ਪਹਿਲਾਂ ਇਹ ਗੱਲ ਜਿਹੜੀ ਕਰ ਚੁੱਕੇ ਹਾਂ। ਪਰ ਉਹਦਾ ਇੱਕੋ ਗੱਲ ਹੈ ਕਿ ਜਿਸ ਤਰ੍ਹਾਂ ਹੁਣ ਭਾਈ ਦਵਿੰਦਰਪਾਲ ਸਿੰਘ ਭੁੱਲਰ ਹੁਣ ਇਕੱਲੇ ਨਹੀਂ ਹੈਗੇ, ਕਿੰਨੇ ਸਿੱਖ ਨੇ ਲਗਭਗ ਆਲਮੋਸਟ। ਪਿੱਛੇ ਜੇ ਜਦੋਂ ਇੱਕ ਅੰਕੜਾ ਆਇਆ ਸੀਗਾ, ਜਦੋਂ ਭਾਈ ਗੁਰਬਖਸ਼ ਸਿੰਘ ਜਦੋਂ ਗੁਰਦੁਆਰਾ ਅੰਬ ਸਾਹਿਬ ਬੈਠੇ ਸੀ, ਅਤੇ ਉਸ ਵਕਤ ਇਹ ਆਇਆ ਸੀ ਕਿ 90 ਦੇ ਕਰੀਬ ਨੇ ਜਿਹੜੇ ਬਹੁਤ ਸਾਰੇ ਤਾਂ ਉਹ ਨੇ ਕਿ ਜਿਹੜੇ ਬਜ਼ੁਰਗ ਹੋ ਚੁੱਕੇ ਨੇ, ਜਵਾਨ ਉਮਰ ਦੇ ਵਿੱਚ ਗਏ ਸੀਗੇ, ਬਜ਼ੁਰਗੀ 'ਚ ਆ ਗਏ। ਤੋ ਇਹ ਮੈਂ ਹੈਰਾਨ ਹੈ ਕਿ ਉੱਥੇ ਫਿਰ ਕਿਉਂ ਨਹੀਂ ਇਹ ਜਿਹੜਾ ਤਰਸ ਕੀਤਾ ਜਾਂਦਾ ਜਾਂ ਇਹ ਫੈਸਲਾ ਲਿਆ ਜਾਂਦਾ। ਸੋ ਇਹ ਮੈਂ ਕਹਿੰਦਾ ਇਕੱਲਾ ਇਹੀ ਨਹੀਂ ਕਿ ਸਿੱਖ ਵੀ ਹੈ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ। ਜਿਹੜਾ ਸੰਵਿਧਾਨ ਹੈ ਉਹ ਧਰਮਾਂ ਦੇ ਆਧਾਰ 'ਤੇ ਥੋੜ੍ਹੀ ਲਾਗੂ ਹੁੰਦਾ। ਸੰਵਿਧਾਨ ਤਾਂ ਮਤਲਬ ਇਹ ਦੇਖਦਾ ਕਿ ਜਿਹੜਾ ਫੈਸਲਾ ਕਾਨੂੰਨ ਕੀ ਕਹਿੰਦਾ, ਕਾਨੂੰਨ ਦੇ ਅਨੁਸਾਰ ਅਸੀਂ ਤਾਂ ਕਹਿੰਦੇ ਹਿਊਮਨ ਰਾਈਟਸ ਦੇ ਆਧਾਰ ਦੇ ਉੱਤੇ ਜਿਹੜਾ ਵੀ ਬੰਦਾ ਕਿਸੇ ਵੀ ਧਰਮ ਦਾ ਹੋਵੇ ਅਤੇ ਜਦੋਂ ਉਹ ਆਪਣੀ ਸਜ਼ਾ ਪੂਰੀ ਕਰ ਚੁੱਕਿਆ, ਉਹਨੂੰ ਛੱਡਣਾ ਚਾਹੀਦਾ। ਉਹ ਆਪਣੇ ਬੱਚਿਆਂ ਦੇ ਵਿੱਚ ਜਾਵੇ, ਆਪਣੇ ਪਰਿਵਾਰ ਦੇ ਵਿੱਚ ਜਾਵੇ। ਹੁਣ ਦੇਖੋ, ਇੱਥੇ ਕਿਸੇ ਦਾ ਮਾਂ ਪਿਓ ਤੁਰ ਗਏ, ਭਾਈ ਤੁਰ ਗਏ, ਕਿੱਡੀਆਂ ਉਹਨਾਂ ਨੂੰ ਦੁਸ਼ਵਾਰੀਆਂ ਜਿਹੜੀਆਂ ਉਹਨਾਂ ਦੇ ਸਾਹਮਣੇ ਜਿਹੜੀਆਂ ਆਈਆਂ ਨੇ। ਸੋ ਇਹ ਬੜੀ ਵੱਡੀ ਜਿਹੜੀ ਹੈ ਇੱਕ ਠੇਸ ਸਿੱਖਾਂ ਦੇ ਮਨ ਨੂੰ ਪਹੁੰਚੀ ਆ ਕਿ ਜਿਹੜਾ ਇਹ ਇਸ ਤਰ੍ਹਾਂ ਦਾ ਇਹ ਫੈਸਲਾ ਕੀਤਾ ਗਿਆ। ਜਦੋਂ ਵੀ ਚੋਣਾਂ ਆਉਂਦੀਆਂ ਨੇ, ਜਿਵੇਂ ਕਿ ਗੱਲ ਕਰਦੇ ਹਾਂ ਆਪਾਂ
ਅਕਾਲੀ ਜਾਂ ਕਾਂਗਰਸ ਕੋਈ ਵੀ ਪਾਰਟੀ ਆ ਉਹ ਉਦੋਂ ਹੀ ਇਹੋ ਜਿਹੇ ਮੁੱਦਿਆਂ ਨੂੰ ਉਠਾਉਂਦੀ ਹੈ, ਜਿਵੇਂ ਕਿ ਕੇਜਰੀਵਾਲ ਦੇ ਹੁਣ ਦੋਸ਼ ਲਾ ਰਹੇ ਸੀਗੀ ਤੇ ਰਿਹਾਈ ਨੂੰ ਲੈ ਕੇ ਕੇਜਰੀਵਾਲ ਦੇ ਹੱਥ ਫਾਈਲ ਪਈ ਆ, ਉਹਦੇ ਕਾਊਂਟਰ ਤੇ ਫਾਈਲ ਪਈ ਆ, ਪਰ ਕੇਜਰੀਵਾਲ ਸਾਈਨ ਨਹੀਂ ਕਰ ਰਿਹਾ। ਦੂਜੇ ਪਾਸੇ ਕੇਜਰੀਵਾਲ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੀ ਰਿਹਾਈ ਅਸੀਂ ਤਾਂ ਨਹੀਂ ਕਰ ਰਹੇ ਕਿ ਜਿਹੜੀ ਪੁਲਿਸ ਆ ਉਹ ਕੇਂਦਰ ਸਰਕਾਰ ਦੇ ਹੱਥ ਦੇ ਵਿੱਚ। ਦੇਖੋ, ਇਹ ਫੈਸਲਾ ਦਾ ਮਤਲਬ ਗੱਲ ਤਾਂ ਇਹ ਆ, ਪਹਿਲੀ ਤਾਂ ਗੱਲ ਇਹ ਆ ਕਿ ਜਿਹੜੇ ਰੌਲਾ ਪਾਉਂਦੇ ਨੇ, ਮੈਂ ਉਹਨਾਂ ਦੀ ਗੱਲ ਕਰਾਂ, ਚਾਹੇ ਉਹ ਅਕਾਲੀ ਨੇ ਚਾਹੇ ਕਾਂਗਰਸੀ ਨੇ, ਅਤੇ ਉਹਨਾਂ ਨੂੰ ਪੁੱਛੋ ਕਿ ਤੁਹਾਡੀਆਂ ਸਰਕਾਰਾਂ ਨਹੀਂ ਰਹੀਆਂ। ਕਾਂਗਰਸ ਦੀ ਦਿੱਲੀ 'ਚ ਵੀ ਸਰਕਾਰ ਰਹੀ ਹੈ, ਸੈਂਟਰ 'ਚ ਵੀ ਰਹੀ ਹੈ, ਪੰਜਾਬ 'ਚ ਵੀ ਰਹੀ ਹੈ, ਤੁਸੀਂ ਕਿਉਂ ਨਹੀਂ ਕੀਤਾ? ਇਸੇ ਤਰ੍ਹਾਂ ਅਕਾਲੀ ਦਲ ਦੀ ਪੰਜਾਬ 'ਚ ਵੀ ਸਰਕਾਰ ਰਹੀ ਹੈ ਅਤੇ ਦਿੱਲੀ ਦੇ ਸੈਂਟਰ ਦੇ ਵਿੱਚ ਵੀ ਉਹ ਭਾਈਵਾਲ ਰਹੇ ਨੇ ਹੁਣ ਤੱਕ, ਤੁਸੀਂ ਕਿਉਂ ਨਹੀਂ ਕੀਤਾ? ਬਲਕਿ ਤੁਹਾਡਾ ਤਾਂ ਅਖਲਾਕੀ ਨੈਤਿਕ ਫਰਜ਼ ਬਣਦਾ ਸੀ, ਤੁਹਾਡੀ ਤਾਂ ਪਾਰਟੀ ਉਹ ਸੀ ਜਿਹੜੀ ਸਿੱਖਾਂ ਦੀ ਗੱਲ ਕਰਨ ਵਾਸਤੇ ਸਿੱਖਾਂ ਨੇ ਬਣਾਈ ਸੀ। ਸੋ ਇਸ ਲਈ ਇਸ ਹਮਾਮ ਦੇ ਵਿੱਚ ਸਾਰੇ ਹੀ ਨੰਗੇ ਨੇ ਅਤੇ ਉਹ ਰਾਜਨੀਤੀ ਆਪਣੀ ਸਾਧਦੇ ਨੇ। ਸੋ ਇਸੇ ਤਰ੍ਹਾਂ ਕੇਜਰੀਵਾਲ ਆ, ਉਹ 2017 ਤੋਂ ਪਹਿਲਾਂ ਜਿਹੜਾ ਸੀਗਾ, ਕਦੇ ਤਾਂ ਉਹ ਹਲਫਨਾਮਾ ਦਿੰਦਾ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੇ ਕਿ ਇਹਨਾਂ ਨੂੰ ਤਰਸ ਦੇ ਆਧਾਰ 'ਤੇ ਫਾਂਸੀ ਨਹੀਂ ਹੋਣੀ ਚਾਹੀਦੀ ਦਿੱਲੀ ਸਰਕਾਰ ਵੱਲੋਂ। ਅੱਜ ਉਹ ਰੱਦ ਕਰ ਰਿਹਾ, ਜਦੋਂ ਉਹਦੇ ਕੋਲ ਕਲਮ ਆ ਗਈ ਅਤੇ ਉਹ ਕਰ ਸਕਦਾ। ਉਹ ਕਾਰਨ ਕੀ ਹੈ ਕਿ ਇਸ ਵੋਟਾਂ ਦੀ ਮੰਡੀ ਦੇ ਵਿੱਚ ਆਪਣਾ ਵਪਾਰ ਸਾਰੇ ਦੇਖਦੇ ਨੇ। ਮੈਨੂੰ ਲੱਗਦਾ ਕਿ ਉਹ 10 ਮਾਰਚ ਦਾ ਰਿਜ਼ਲਟ ਜਿਹੜਾ ਉਹ ਵੇਟ ਕਰ ਰਿਹਾ ਕਿ ਜੇ ਦੁਬਾਰਾ ਇਲੈਕਸ਼ਨ 'ਚ ਜਾਣਾ ਪੈ ਗਿਆ, ਉਹ ਆਪਣੀ ਰੂਪ ਰੇਖਾ ਤਿਆਰ ਕਰ ਰਿਹਾ। ਕੱਲ੍ਹ ਹੀ ਇਹਦੇ 'ਤੇ ਆਪਣੀ ਰੂਪ ਰੇਖਾ ਤਿਆਰ ਕਰ ਰਹੇ ਨੇ। ਉਹ ਆਪਣਾ ਕਹਿ ਰਹੇ ਨੇ ਕਿ ਇਹ ਜੀ ਸਿੱਖ ਵਿਰੋਧੀ ਹੈ, ਇਹ ਸਿੱਖਾਂ ਦਾ ਦੁਸ਼ਮਣ ਹੈ। ਅਤੇ ਅਸੀਂ ਇਹ ਪੁੱਛ ਰਹੇ ਹਾਂ ਕਿ ਜਿਹੜੇ ਸਿੱਖਾਂ ਦੇ ਦੁਸ਼ਮਣਾਂ ਨੂੰ ਤੁਸੀਂ DGP ਲਾ ਕੇ ਰੱਖਿਆ, ਉਹਨਾਂ ਨੂੰ ਬਚਾਉਣ ਵਾਸਤੇ ਤੁਸੀਂ ਮਹਿੰਗੇ ਮਹਿੰਗੇ ਵਕੀਲ ਕੀਤੇ। ਇਸ ਲਈ ਇਹ ਤਾਂ ਜਿਵੇਂ ਸਿਆਣਿਆਂ ਨੇ ਕਿਹਾ, ਚੱਲ ਮਨਾ ਉੱਠ ਚੱਲੀਏ, ਜਿੱਥੇ ਤੇਰੇ ਜਜ਼ਬਾਤ ਦੀ ਕਦਰ ਨਹੀਂ, ਕਹਿੰਦੇ ਉਸ ਦਰ ਦੇ ਉੱਤੇ ਕਦੇ ਨਾ ਜਾਈਏ। ਤੋ ਹਮੇਸ਼ਾ ਹੀ ਭਰੋਸਾ ਉੱਥੇ ਬਣਦਾ। ਤੋ ਇਹਨਾਂ ਪਾਰਟੀਆਂ ਨੂੰ ਇਹ ਜਿਹੜੀ ਸ਼ਾਰਟ ਟਰਮ ਜਿਹੜੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੈ, ਇਹਦੇ ਨਾਲ ਕੋਈ ਕੀ ਫਰਕ ਪੈ ਜਾਊਗਾ? ਦੇਖੋ, ਲੋਕ ਜਾਗਰੂਕ ਹੋ ਚੁੱਕੇ ਨੇ। ਅੱਜ ਤੁਸੀਂ ਦੇਖ ਰਹੇ ਹੋ ਕਿ ਕਿਹੋ ਜਿਹੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਲੋਕ ਪੈਸੇ ਲੈ ਕੇ ਵੀ ਮੁੱਕਰ ਗਏ, ਲੋਕੀ ਪੈਸੇ ਲੈ ਕੇ ਵੀ ਮੁੱਕਰ ਗਏ। ਅਤੇ ਇਹ ਲੋਕਾਂ ਨੂੰ ਕੀ ਮੂਰਖ ਸਮਝਦੇ ਨੇ? ਲੋਕਾਂ ਨੇ ਪੈਸੇ ਵੀ ਲੈ ਲਏ ਅਤੇ ਵੋਟ ਆਪਣੀ ਮਰਜ਼ੀ ਨਾਲ ਪਾਤੀ। ਔਰ ਮੇਰਾ ਖਿਆਲ ਹੈ ਪਹਿਲੀ ਇਲੈਕਸ਼ਨ ਹੋਊਗੀ ਜਿਹਦੇ 'ਤੇ ਅਰਬਾਂ ਰੁਪਈਆ ਦੋ ਪਾਰਟੀਆਂ ਜਿਹੜੀਆਂ ਨੇ ਖਾਸ ਕਰਕੇ ਲਾ ਬੈਠੀਆਂ। ਤਾਂ ਇਸ ਲਈ ਇਸ ਸਮੇਂ ਦੇ ਵਿੱਚ ਗੱਲ ਮੁੱਲ ਕਿਰਦਾਰਾਂ ਦਾ ਪੈਣਾ, ਇਹ ਸਮਝ ਲੈਣਾ ਚਾਹੀਦਾ ਰਾਜਨੀਤੀ ਕਰਨ ਵਾਲੇ ਨੂੰ। ਜੇ ਰਾਜਨੀਤੀ ਕਰਨੀ ਹੈ, ਕਿਰਦਾਰ ਵਾਲੀ ਕਰੋ, ਸੱਚੀ ਸੁੱਚੀ ਕਰੋ। ਤੋ ਇਸ ਕਰਕੇ ਜਦੋਂ ਤੁਹਾਡਾ ਸਟੈਂਡ ਸਪਸ਼ਟ ਅਤੇ ਠੀਕ ਹੋਊਗਾ, ਵਕਤੀ ਤੌਰ 'ਤੇ ਭਾਵੇਂ ਤੁਹਾਡਾ ਨੈਗੇਟਿਵ ਪ੍ਰਭਾਵ ਵੀ ਪੈ ਜਾਵੇ, ਪਰ 2-4 ਦਿਨ ਬੀਤਣ ਤੋਂ ਬਾਅਦ ਆਪਣੇ ਆਪ ਗੱਲ ਕਲੀਅਰ ਹੋ ਜਾਂਦੀ ਹੈ ਕਿ ਨਹੀਂ ਵੀ ਉਹ ਬੰਦਾ ਠੀਕ ਕਹਿੰਦਾ ਸੀ। ਅਤੇ ਜਿਹੜੀ ਤੁਸੀਂ 10 ਮਾਰਚ ਦੀ ਗੱਲ ਕਰੀਏ, 10 ਮਾਰਚ ਨੂੰ ਕੀ ਉਡੀਕ ਰਿਹਾ ਕੇਜਰੀਵਾਲ, ਕੀ ਉਡੀਕ ਰਿਹਾ 10 ਮਾਰਚ? ਉਹ ਉਡੀਕਦਾ ਹੋਊਗਾ ਕਿ ਜਿਵੇਂ ਰੌਲਾ ਪੈ ਰਿਹਾ ਕਿਤੇ ਜੇ ਦੁਬਾਰੇ ਇਲੈਕਸ਼ਨ ਹੋਊਗੀ ਅਤੇ ਉਹ ਆਪਣੀ ਰਾਜਨੀਤੀ ਸਾਧ ਰਿਹਾ ਕਿ ਉਸ ਤੋਂ ਬਾਅਦ ਜੇ ਕਿਤੇ ਜਾਣਾ ਪੈ ਗਿਆ ਦੁਬਾਰੇ 6 ਮਹੀਨੇ ਬਾਅਦ ਵੋਟਾਂ ਦੇ ਵਿੱਚ, ਤਾਂ ਉਹਨੇ ਆਪਣਾ ਰਾਹ ਉਹ ਜਾ ਕੇ ਕਹੂਗਾ ਕਿ ਜਦੋਂ ਮੋਦੀ ਹੋਰੀ ਛੱਡ ਰਹੇ ਸੀਗੇ ਅਤੇ ਮੈਂ ਮਤਲਬ ਰੋਕ ਲਿਆ। ਜੇ ਉਹਨਾਂ ਨੇ ਆ ਕੇ ਇੱਥੇ ਕਿਹਾ ਵੀ ਜੇ ਇਹ ਆ ਗਿਆ ਤਾਂ ਇੱਥੇ ਅੱਤਵਾਦੀਆਂ ਦਾ ਅੱਡਾ ਬਣ ਜਾਊਗਾ, ਇਹ ਆਪਾਂ ਸੁਣਿਆ ਨਾ, ਸੈਂਟਰ ਸਰਕਾਰ ਨੇ ਕਿਹਾ ਨਾ ਭਾਈ ਵੀ ਪੰਜਾਬ ਦੇ ਲੋਕੋ, ਜੇ ਇਹ ਆ ਗਿਆ ਤਾਂ ਇੱਥੇ ਅੱਤਵਾਦੀਆਂ ਦਾ ਅੱਡਾ ਬਣ ਜਾਊਗਾ। ਅਤੇ ਉਹ ਹੁਣ ਹੋ ਸਕਦਾ ਇਹ ਸੰਦੇਸ਼ ਦੇਣ ਨੂੰ ਫਿਰਦਾ ਹੋਵੇ ਕਿ ਦੇਖੋ ਜਿਨ੍ਹਾਂ ਨੂੰ ਇਹ ਛੱਡ ਰਹੇ ਸੀ ਮੈਂ ਰੋਕ ਲਿਆ। ਹੁਣ ਇੱਥੇ ਜਿਹੜੀ ਭੂਮਿਕਾ ਸੀ ਉਹ ਕਿਹਦੀ ਬਣਦੀ ਸੀ? ਅਹਿਮ ਭੂਮਿਕਾ ਬਣਦੀ ਸੀ ਸਾਡੇ ਆਪਣੀ ਪਾਰਟੀ ਦੀ। ਕਿਉਂਕਿ ਅੱਜ ਵੀ ਅਸੀਂ ਉਹਨੂੰ ਆਪਣੀ ਪਾਰਟੀ ਕਿਉਂ ਕਹਿੰਦੇ ਹਾਂ? ਕਿਉਂਕਿ ਅੱਜ ਉਹਦੇ 'ਤੇ ਕਬਜ਼ਾ ਹੋਇਆ ਵਾ। ਜੇ ਹੁਣ ਸਾਡੀ ਜ਼ਮੀਨ 'ਤੇ ਕੋਈ ਕਬਜ਼ਾ ਕਰ ਲਵੇ, ਉਹ ਰਹਿੰਦੀ ਤਾਂ ਉਸੇ ਦੀ ਆ ਨਾ ਜਿਹਦੀ ਹੁੰਦੀ ਹੈ। ਹੁਣ ਕਬਜ਼ਾ ਕਦੋਂ ਛੁੱਟਦਾ, ਉਹਦੇ ਲਈ ਜਦੋਂ ਜਹਿਦ ਜਾਰੀ ਹੈ। ਤੁਸੀਂ ਆਪਣੀ ਪਾਰਟੀ ਦੇ ਕਬਜ਼ੇ ਦੀ ਗੱਲ ਕੀਤੀ ਆ, ਕਿਤੇ ਨਾ ਕਿਤੇ ਸਵਾਲੇ ਨਿਸ਼ਾਨ ਤਾਂ ਉਹ ਵੀ ਤੁਹਾਡੀ ਪਾਰਟੀ ਵੀ ਆਉਂਦੀ ਕਿ ਕਿਤੇ ਉਹਦੀ ਕੀ ਕਾਰਜਕਾਰੀ ਰਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ? ਮੈਂ ਤਾਂ ਜੀ ਇਹ ਬਾਰ-ਬਾਰ ਅੱਜ ਦਾ ਨਹੀਂ ਇਹ ਗੱਲ ਸਵਾਲ ਉਠਾਉਂਦਾ ਕਿ 10 ਸਾਲ ਦਾ ਇੱਕ ਬੜਾ ਵਧੀਆ ਸੁਹਾਵਣਾ ਸਮਾਂ ਮਿਲਿਆ ਸੀ। ਉਹਦੇ ਵਿੱਚ ਉਹ ਬੰਦੀ ਸਿੰਘ ਵੀ ਬਾਹਰ ਲਿਆ ਸਕਦੇ ਸੀ, ਉਹਦੇ ਵਿੱਚ ਉਹ ਸਿੱਖਾਂ ਦੇ ਹੋਰ ਜਿੰਨੇ ਪੈਂਡਿੰਗ ਮਸਲੇ ਸੀ ਉਹਨਾਂ ਨੂੰ ਵੀ ਹੱਲ ਕਰਾ ਸਕਦੇ ਸੀ। ਕਿਉਂਕਿ ਉਹ 10 ਸਾਲ ਇਹੋ ਜਿਹੇ ਸੀ, ਨਾ ਤਾਂ ਅਕਾਲੀ ਦਲ ਉਸ ਦਹਾਕੇ ਤੋਂ ਪਹਿਲਾਂ ਕਦੇ ਇੰਨਾ ਮਜ਼ਬੂਤ ਸਿਆਸੀ ਤੌਰ 'ਤੇ ਹੋਇਆ, ਨਾ ਹੁਣ ਉਹਦੇ ਵਿੱਚ ਦਿੱਤਾ ਕੀ, ਉਹਦੇ 'ਚ ਦਿੱਤਾ ਸਿਰਸੇ ਵਾਲੇ ਨੂੰ ਮਾਫੀ, ਇਹ ਤੋਹਫਾ ਸੀ ਉਹਨਾਂ ਦਾ। ਉਹਦੇ ਵਿੱਚ ਅਕਾਲ ਤਖਤ ਸਾਹਿਬ ਦੀ ਜਿਹੜੀ ਇੱਕ ਗਰਿਮਾ ਸੀ, ਜਿਹੜੀ ਉਹਦੀ ਪ੍ਰਭੂ ਸੱਤਾ ਸੀ, ਜਿਹੜੀ ਸਦੀਆਂ ਦੇ ਵਿੱਚ ਅੰਗਰੇਜ਼, ਮੁਗਲ ਅਤੇ ਇੱਥੇ ਸਰਕਾਰਾਂ ਜਿਨ੍ਹਾਂ ਨੇ ਢਾਹ ਵੀ ਦਿੱਤਾ, ਉਹ ਵੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਮਾਰ ਨਾ ਸਕੀਆਂ, ਨੀਵਾਂ ਨਾ ਕਰ ਸਕੀਆਂ। ਤਾਂ ਇਹਨਾਂ ਨੇ ਉਹ ਚੰਦ ਚਾੜ੍ਹਿਆ ਕਿ ਅੱਜ ਇਹਨਾਂ ਦਾ ਜਥੇਦਾਰ ਡਰਦਾ ਕੋਈ ਸੰਦੇਸ਼ ਦੇਣ ਨੂੰ ਵੀ ਤਿਆਰ ਨਹੀਂ, ਕਿਉਂਕਿ ਉਹਨੂੰ ਲੱਗਦਾ ਕਿ ਮੰਨਣਾ ਕਿਸੇ ਨੇ ਨਹੀਂ। ਇਹ ਪ੍ਰਾਪਤੀ ਇਹਨਾਂ ਨੇ ਇਹ ਦਿੱਤਾ ਤੋਹਫਾ ਸਿੱਖਾਂ ਨੂੰ ਵੋਟਾਂ ਪਾਉਣ ਦਾ।
ਉਸ ਤੋਂ ਬਾਅਦ ਬਰਗਾੜੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਨਾ ਮੁਗਲਾਂ ਦੇ ਟਾਈਮ ਹੋਇਆ, ਨਾ ਅੰਗਰੇਜ਼ਾਂ ਦੇ ਟਾਈਮ ਹੋਇਆ, ਅਤੇ ਨਾ ਜਦੋਂ ਹੋਰ ਸਰਕਾਰਾਂ ਵੀ ਇੱਥੇ ਆਈਆਂ, 47 ਵੀ ਹੋਇਆ, 84 ਵੀ ਹੋਇਆ। ਬੇਅਦਬੀ ਦੇ ਵੀ ਦੋਸ਼ ਅਕਾਲੀ ਦਲ ਦੇ ਲੱਗੇ ਹਨ। ਮੈਂ ਕਹਿਣਾ ਜੀ, ਮੈਂ ਅੱਜ ਤੱਕ ਕਹਿਣਾ ਹੁੰਦਾ, ਮੈਂ ਕਦੇ ਇਹ ਨਹੀਂ ਕਹਿੰਦਾ ਵੀ ਅਕਾਲੀਆਂ ਨੇ ਬੇਅਦਬੀ ਆਪ ਕਰਾਈ ਆ, ਕਿਉਂਕਿ ਦੇਖੋ ਸਿੱਖਾਂ ਦੇ ਘਰ ਵਿੱਚ ਜੰਮ ਕੇ ਐਡਾ ਮਾੜਾ ਕਰਮ ਕੋਈ ਨਹੀਂ ਕਰ ਸਕਦਾ, ਭਾਵੇਂ ਕਿੰਨੇ ਤੋਂ ਕਿੰਨਾ ਮਾੜਾ ਹੋਵੇ। ਪਰ ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਪੁਲਿਸਾਂ ਦੀਆਂ ਜਿਪਸੀਆਂ ਕਿਉਂ ਦਿੱਤੀਆਂ ਗਈਆਂ? ਉਹਨਾਂ ਦੀ ਪ੍ਰੋਟੈਕਸ਼ਨ ਕਿਉਂ ਕੀਤੀ ਗਈ? 3 ਸਾਲਾਂ ਜੇ ਗੱਲ ਕਰੀਏ ਬਾਬਾ ਸਿਰਸੇ ਵਾਲੀ ਦੀ ਗੱਲ ਕਰਦੇ ਹਾਂ ਆਪਾਂ, ਉਹਨਾਂ ਨੂੰ ਤਾਂ ਪੈਰੋਲ ਵੀ ਮਿਲ ਗਈ। ਭਾਈ ਦਵਿੰਦਰਪਾਲ ਭੁੱਲਰ ਨੂੰ ਕਦੀ ਪੈਰੋਲ ਮਿਲੀ ਹੈ? ਦੇਖੋ ਪੈਰੋਲ ਤਾਂ ਚਲੋ ਮਿਲੀ ਆ, ਪਰ ਮਿਲੀ ਕਦੋਂ ਹੈ? ਗੱਲ ਤਾਂ ਇਹ ਦੇਖਣ ਵਾਲੀ ਆ ਕਿ ਉਹਨਾਂ ਨੂੰ ਪੈਰੋਲ ਮਿਲੀ ਕਦੋਂ ਹੈ। ਤੁਸੀਂ ਇਹ ਦੇਖੋ ਵੀ ਜਿਹੜੇ ਬੰਦੇ ਨੂੰ ਹਜੇ 2 ਸਾਲ ਹੋਏ ਨਹੀਂ, ਔਰ ਇਹੋ ਜੇ ਘਿਨਾਉਣੇ ਜਿਹਦੇ ਉੱਤੇ ਮਤਲਬ ਦੋਸ਼ ਲੱਗੇ ਹੋਣ, ਉਹਨੂੰ ਛੱਡ ਦਿੱਤਾ ਗਿਆ। ਕਹਿਣ ਦਾ ਮਤਲਬ ਇਹ ਆ ਕਿ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਜਿਹੜੇ ਅਕਾਲੀ ਦਲ ਦੀ ਆਪਾਂ ਗੱਲ ਕਰ ਰਹੇ ਹਾਂ, ਉਸ ਅਕਾਲੀ ਦਲ ਨੇ ਸਿੱਖਾਂ ਦੀ ਬਜਾਏ ਇਹਨਾਂ ਦੀ ਪੁਸਤ ਪਨਾਹੀ। ਦੇਖੋ ਸਿਰਸੇ ਵਾਲੇ ਦੀ ਫਿਲਮਾਂ ਦੇ ਉੱਤੇ ਸਿਕਿਉਰਟੀ ਲੱਗ ਰਹੀ ਹੈ, ਸਰਕਾਰ ਅਕਾਲੀ ਦਲ ਦੀ ਹੈ, ਉਹਦੇ ਪੋਸਟਰਾਂ ਦੀ ਰਾਖੀ ਹੋ ਰਹੀ ਹੈ ਵੀ ਕਿਤੇ ਪੋਸਟਰ ਨਾ ਕੋਈ ਪਾੜ ਜਾਵੇ, ਸਿੱਖਾਂ 'ਤੇ ਗੋਲੀ ਵੱਜ ਰਹੀ ਹੈ। ਤਾਂ ਇਸ ਲਈ ਫਿਰ ਹੁਣ ਅੱਜ ਜਿਹੜੇ ਇਹ ਮਗਰਮੱਛ ਦੇ ਹੰਝੂ ਨੇ, ਇਹਨਾਂ ਨੂੰ ਕੋਈ ਪੋਚਦਾ ਨਹੀਂ ਹੈ, ਇਹਨਾਂ ਦੀ ਕੋਈ ਮੁੱਲ ਨਹੀਂ ਪੈਂਦਾ। ਹੁਣ ਮੈਂ ਬੜਾ ਆਪਾਂ ਪ੍ਰਚਾਰ ਸੁਣਿਆ, ਕਿੰਨੇ ਮਤਲਬ ਅਲਾਂਭੇ, ਕਿੰਨੇ ਸ਼ਿਕਵੇ, ਜੇ ਐ ਨਾ ਹੋ ਗਿਆ ਤਾਂ ਤੁਹਾਡਾ ਐਂ ਹੋ ਜੂ, ਜੇ ਤੁਹਾਡਾ, ਪਰ ਸਿੱਖ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਉਹਦਾ ਇੱਕੋ ਕਾਰਨ ਆ ਕਿ ਜਿੰਨੀ ਦੇਰ ਤੱਕ ਪਹਿਲਾਂ ਆਪਣਾ ਕਿਰਦਾਰ ਨਹੀਂ ਠੀਕ ਕਰਦੇ, ਆਪਣੇ ਆਪ ਨੂੰ ਠੀਕ ਨਹੀਂ ਕਰਦੇ, ਉਨੀ ਦੇਰ ਤੱਕ ਤੁਹਾਡੀ ਗੱਲ ਦੀ ਕੋਈ ਵੈਲਿਊ ਨਹੀਂ ਪੈਂਦੀ ਹੈ। ਤੋ ਇਸ ਲਈ ਬਹੁਤ ਕੁਛ ਜਿਹੜਾ ਹੈ 10 ਸਾਲਾਂ ਦੇ ਵਿੱਚ ਸਿੱਖਾਂ ਦੇ ਨਾਲ ਅਜਿਹਾ ਅਸੀਂ ਗਵਾਇਆ, ਖਾਸ ਕਰਕੇ ਜਿਹੜੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ। ਦੇਖੋ ਜਿੰਨੀ ਦੁਰਵਰਤੋਂ 10 ਸਾਲਾਂ ਦੇ ਵਿੱਚ ਅਕਾਲੀ ਸਰਕਾਰ ਦੇ ਵਿੱਚ ਅਕਾਲ ਤਖਤ ਦੀ ਕੀਤੀ ਗਈ। ਹੁਣ ਤੁਸੀਂ ਮੰਨੋ ਹਰਿਆਣੇ ਦੇ ਸਿੱਖ ਕਹਿੰਦੇ ਨੇ ਸਾਨੂੰ ਵੱਖਰੀ ਕਮੇਟੀ ਚਾਹੀਦੀ ਹੈ, ਕਿੱਡਾ ਕੁ ਵੱਡਾ ਪਾਪ ਹੈ, ਅਤੇ ਝਿੰਡੇ ਉਹਨਾਂ ਨੂੰ ਛੇਕਤਾ ਪੰਥ 'ਚੋਂ। ਜੇ ਇਹ ਪਾਪ ਹੈ, ਇਹ ਤਾਂ ਫਿਰ ਪਾਪ ਦਿੱਲੀ ਵਾਲੇ ਵੀ ਕਰੀ ਬੈਠੇ ਨੇ, ਪਹਿਲਾਂ ਇਹ ਪਾਪ ਪਟਨਾ ਸਾਹਿਬ ਵਾਲੇ ਵੀ ਕਰੀ ਬੈਠੇ ਨੇ, ਇਹ ਹਜੂਰ ਸਾਹਿਬ ਵੀ ਹੋਇਆ ਵਾ, ਉੱਥੇ ਦੀਆਂ ਕਮੇਟੀਆਂ ਵੱਖਰੋਂ ਨਹੀਂ ਬਣੀਆਂ ਹੋਈਆਂ, ਪਰ ਉਹਨੂੰ ਛੇਕ ਦਿੱਤਾ। ਕਿਉਂ? ਕਿਉਂਕਿ ਸਾਡੀ ਇਨਕਮ ਦੇ ਸੋਰਸ 11 ਕਰੋੜ ਰੁਪਈਆ ਹਰਿਆਣੇ ਦੇ ਕੁਛ ਗੁਰਦੁਆਰਿਆਂ 'ਚੋਂ ਸਾਨੂੰ ਨਿਕਲਦਾ। ਸਾਡੇ ਲਈ ਇੱਕੋ ਮਿਸ਼ਨ ਹੈ, ਮਤਲਬ ਵੀ ਪੈਸੇ ਦਾ ਸਾਧਨ। ਤਾਂ ਇਸ ਲਈ ਨਾ ਤਾਂ ਤੁਸੀਂ ਉਸ ਪਾਸੇ, ਇਹ ਹੁਣ ਦੇਖੋ ਹਰ ਸਿੱਖ ਨੂੰ ਲੱਗਾ ਕਿ ਅਕਾਲ ਤਖਤ ਦੀ ਦੇਖੋ ਜੀ ਦੁਰਵਰਤੋਂ ਹੈ। ਇਹਨਾਂ ਗੱਲਾਂ ਨਾਲ ਜਦੋਂ ਅਕਾਲ ਤਖਤ ਨੂੰ ਠਾਣਾ ਬਣਾ ਲਿਆ, ਮਤਲਬ ਜਿਹੜੇ ਫੈਸਲੇ ਅਦਾਲਤੀ ਕੰਮਾਂ ਦੇ ਨੇ, ਜਿਹੜੇ ਫੈਸਲੇ ਕਚਹਿਰੀਆਂ ਦੇ ਨੇ, ਉਹ ਜਦੋਂ ਸ਼ੁਰੂ ਕਰਵਾ ਦਿੱਤੇ ਅਕਾਲ ਤਖਤ ਤੋਂ, ਉਹਦੇ ਨਾਲ ਦਿਨ ਪਰ ਦਿਨ, ਪਰ ਜਿੱਦਣ ਇਹ ਸਿਰਸੇ ਵਾਲਾ ਕੰਮ ਹੋਇਆ ਉਦੋਂ ਫਿਰ ਇੰਤਹਾ ਹੋ ਗਈ। ਉਸ ਤੋਂ ਬਾਅਦ ਤੁਹਾਡੇ ਸਾਹਮਣੇ ਜੋ ਹਾਲ ਹੈ ਅੱਜ। ਭਾਵੇਂ ਜੇਕਰ ਆਪਾਂ ਗੱਲ ਕਰਦੇ ਹਾਂ, ਆਪਾਂ ਤੁਸੀਂ ਕੇਜਰੀਵਾਲ ਨੂੰ ਭੰਡ ਰਿਹਾ ਕਿ ਕੇਜਰੀਵਾਲ ਦੇ ਹੱਥ 'ਚ ਸਾਰਾ ਕੁਝ, ਇਹਨਾਂ ਦੀ ਰਿਹਾਈ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਅਕਾਲੀ ਦਲ ਦੀ ਕਿੰਨੀ ਦੇਰ ਭਾਈਵਾਲ ਰਹੀ ਆ, ਉਦੋਂ ਕੇਂਦਰ ਸਰਕਾਰ ਦੇ ਹੱਥ ਵਿੱਚ ਸਾਰਾ ਹੈਗਾ ਸੀ ਕਿ ਰਿਹਾਈ ਹੋ ਸਕਦੀ ਸੀ। ਕੀ ਕਾਰਨ ਫਿਰ ਵੀ? ਦੇਖੋ ਮੈਂ ਭੰਡ ਨਹੀਂ ਰਿਹਾ, ਮੈਂ ਤਾਂ ਸਿਰਫ ਤੁਹਾਨੂੰ ਇਹ ਦੱਸ ਰਿਹਾ ਕਿ ਇਸ ਹਮਾਮ ਦੇ ਵਿੱਚ ਸਾਰੀ ਨੰਗੇ ਨੇ, ਇੱਥੇ ਖੈਰ ਖਵਾ ਕੋਈ ਨਹੀਂ, ਹਰ ਇੱਕ ਬੰਦਾ ਆਪਣਾ ਲੋਟ ਦੇਖ ਰਿਹਾ। ਜੇ ਕੇਜਰੀਵਾਲ ਦੇ ਲੋਟ ਆਉਂਦਾ ਹੋਵੇ ਕਿ ਭੁੱਲਰ ਉਹਨਾਂ ਨੂੰ ਛੱਡ ਕੇ ਤੇ ਗਾਂ ਇੱਥੇ ਤੱਕ ਜਲੂਸ ਵੀ ਲੈ ਆਵੇ, ਉਹ ਜੇ ਉਹਨੂੰ ਦਿਸਦਾ ਹੋਵੇ ਮੇਰਾ ਕੰਮ ਬਣ ਸਕਦਾ ਇਹ ਗੱਲ ਨਾਲ। ਇਹ ਵੋਟ ਰਾਜਨੀਤੀ ਆ। ਅੱਜ ਅਕਾਲੀ ਦਲ ਕਿੰਨਾ ਮੁੱਦਾ ਚੱਕ ਰਿਹਾ, ਪਰ ਜਦੋਂ ਰਾਜ ਦੇ ਕੁਰਸੀ ਦੀ ਲੜਾਈ ਆ, ਬਸ ਕੁਛ ਹੋਰ ਕੁਰਸੀ ਦੀ ਲੜਾਈ। ਜਦੋਂ ਉਹ ਰਾਜ ਦੇ ਵਿੱਚ ਸੀ ਉਦੋਂ ਚੁੱਪ ਰਹੇ, ਉਦੋਂ ਕੁਛ ਨਹੀਂ ਬੋਲੇ। ਉਦੋਂ ਜੇ ਉਹ ਉੱਥੇ ਬੈਠਾ ਗੁਰਬਖਸ਼ ਸਿੰਘ ਅਤੇ ਉਹ ਸਮਝ ਲਾ ਮਰਨ ਦੇ ਕਿਨਾਰੇ ਆ, ਅਖੀਰ ਨੂੰ ਵਿਚਾਰਾ ਮਰੇਗਾ ਟੈਂਕੀ ਤੋਂ ਛਾਲ ਮਾਰ ਕੇ। ਉਸ ਵਕਤ ਕਿਹੜਾ ਅਕਾਲੀ ਗਿਆ ਉੱਥੇ, ਮੈਨੂੰ ਦੱਸੋ? ਸ਼੍ਰੋਮਣੀ ਕਮੇਟੀ ਦੇ ਵਿੱਚੋਂ ਭਾਈ ਸਾਹਿਬ ਇਕੱਲਾ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਸੀਗਾ ਮੈਂ, ਹਾਲਾਂਕਿ ਉਸ ਟਾਈਮ ਮੈਂ ਬਾਦਲ ਨਾਲ ਜੁੜਿਆ ਹੋਇਆ ਸੀ। ਅਸੀਂ ਉੱਥੇ ਗਏ, ਮੈਨੂੰ ਕਦੇ ਕਿਸੇ ਤੋਂ ਫੋਨ, ਕਦੇ ਕਿਸੇ ਤੋਂ ਫੋਨ, ਕਦੇ ਕਿਸੇ ਤੋਂ ਫੋਨ। ਜੀ ਆਖਿਆ ਜੀ ਤੁਹਾਡੇ ਜਾਣ ਨਾਲ ਉੱਥੇ ਉਹਨੂੰ ਅੱਗ ਲੱਗਦੀ ਹੈ, ਆਹ ਦੱਸਦੇ ਸੀ ਕਿ ਵੀ ਅੱਗ ਲੱਗਦੀ ਹੈ ਉਹਨੂੰ, ਜਿਹੜਾ ਮੋਰਚਾ। ਅਤੇ ਜਦੋਂ ਫੇਰ ਦੇਖੋ ਸਰਬੱਤ ਖਾਲਸਾ ਹੋਇਆ। ਹੁਣ ਮੈਂ ਕਦੇ ਸਮਾਂ ਆਊਗਾ ਅਤੇ ਇਹੀ ਅਕਾਲੀ ਸਾਨੂੰ ਟੈਲੀਫੋਨ ਕਰਕੇ ਕਹਿੰਦੇ ਸੀ ਜੀ ਉੱਥੇ ਬੜਾ ਮਾੜਾ ਕੰਮ ਹੋ ਰਿਹਾ ਕਿ ਉੱਥੇ ਅੱਤਵਾਦੀਆਂ ਨੂੰ ਬਣਾਉਣਗੇ ਜਥੇਦਾਰ, ਜਿਨ੍ਹਾਂ ਨੂੰ ਅੱਜ ਕਹਿੰਦੇ ਨੇ ਛੱਡ ਦਿਓ, ਅੱਜ ਇਹਨਾਂ ਨੂੰ ਜੱਫੀਆਂ ਪਾਉਂਦੇ ਨੇ ਜਾ ਕੇ ਜੇਲ੍ਹਾਂ ਦੇ ਵਿੱਚ। ਸੋ ਇਸ ਕਰਕੇ ਜਦੋਂ ਇਹ ਦੂਹਰੇ ਮਾਪਦੰਡ ਨੇ, ਇਹਦੇ ਕਾਰਨ ਹੀ ਭਾਈ ਸਾਹਿਬ ਜਿਹੜਾ ਅੱਜ ਇਹ ਪੈਰ ਨਹੀਂ ਲੱਗ ਰਹੇ ਜ਼ਮੀਨ 'ਤੇ, ਇਹ ਸਾਡੇ ਹਾਲਾਤ ਜਿਹੜੇ ਨੇ ਬਣ ਚੁੱਕੇ ਨੇ। ਅੰਤਰਿਮ ਕਮੇਟੀ ਮੈਂਬਰ ਹੋ ਤੁਸੀਂ, ਕਿ ਆਉਣ ਵਾਲੇ ਸਮੇਂ 'ਚ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਜੋ ਬੰਦੀ ਸੀਗਾ, ਤੁਸੀਂ 90 ਦੇ ਕਰੀਬ ਦੱਸੇ ਨੇ ਸਿੱਖ ਜੋ ਹੈਗੇ ਨੇ, ਉਹਨਾਂ ਦੀ ਰਿਹਾਈ ਨੂੰ ਲੈ ਕੇ, ਪ੍ਰੋਫੈਸਰ ਇਕੱਲੇ ਦਵਿੰਦਰਪਾਲ ਭੁੱਲਰ ਦੀ ਰਿਹਾਈ ਨੂੰ ਲੈ ਕੇ ਨਹੀਂ, ਸਾਰੇ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਕੁਝ ਵੱਡਾ ਕੁਝ ਕਰਨ ਲੱਗੀ ਸੀ ਨਹੀਂ? ਦੇਖੋ ਜੀ ਹੁਣ ਮੈਂ ਤਾਂ ਇਕੱਲਾ 14/1 ਹੈ, ਸ਼ਾਇਦ ਇੱਕ ਹੁਣ ਉਹਦੇ ਵਿੱਚੋਂ ਭਾਜਪਾ ਚਲਿਆ ਗਿਆ। ਉਹ ਹੁਣ ਪੁੱਛਾਂਗੇ ਜੇ ਉਹ ਮੇਰਾ ਸਾਥ ਦੇ ਸਕਦਾ ਹੋਇਆ। ਜੇ ਤਾਂ ਦੇਖੋ ਹੁਣ ਕੋਈ ਮਿਲੀ ਭਗਤ ਨਾਲੇ ਕੰਮ ਚੱਲਦਾ ਹੋਇਆ, ਇਹ ਜਿਵੇਂ ਲੋਕਾਂ 'ਚ ਰੌਲਾ,
ਫਿਰ ਤਾਂ ਗੱਲ ਵੱਖਰੀ ਹੈ। ਪਰ ਨਹੀਂ, ਹੁਣ ਉਹਨੂੰ ਅਖਲਾਕੀ ਤੌਰ 'ਤੇ ਜਦੋਂ ਉਹ ਛੱਡ ਚੁੱਕਿਆ ਅਕਾਲੀ ਦਲ ਨੂੰ, ਉਹ ਭਾਜਪਾ ਜਾ ਚੁੱਕਿਆ, ਪਰ ਉਹ ਅਜੇ ਅੰਤਰਿੰਗ ਕਮੇਟੀ ਮੈਂਬਰ ਹੈ। ਤੋ ਦੇਖਦੇ ਹਾਂ ਕਿ ਉਹ ਜੇ ਸਾਥ ਦੇ ਦੇਵੇ ਤਾਂ ਕਮ ਸੇ ਕਮ ਚਲੋ ਇੱਕ ਘਰ ਇੱਕ ਕਹਿੰਦੇ ਨੇ 11 ਹੋ ਜਾਂਦੇ ਨੇ, ਅਤੇ ਫਿਰ ਥੋੜ੍ਹੀ ਜਿਹੀ ਮੈਨੂੰ ਤਾਕਤ ਹੋਰ ਮਿਲ ਜੂਗੀ। ਵਰਨਾ ਚਲੋ ਬਗਾਨੇ ਮੋਢਿਆਂ 'ਤੇ ਕਦੇ ਆਸਥਾ ਰੱਖੀ ਨਹੀਂ ਹੈਗੀ। ਜਿੰਨੀ ਲੜਾਈ ਲੜੀ ਦੀ ਆ ਆਪਣੇ ਸਿਰ ਖੁਦ ਹੋ ਕੇ ਲੜੀ ਦੀ ਆ। ਜੋ ਵੀ ਗੱਲ ਹੋਊਗੀ ਚੱਕਾਂਗੇ, ਮਾਮਲੇ ਚੱਕਾਂਗੇ। ਮੇਰਾ ਖਿਆਲ 8 ਮਾਰਚ ਨੂੰ ਮੀਟਿੰਗ ਆਉਣ ਵਾਲੀ ਹੈ, ਤਾਂ ਉਹਦੇ ਵਿੱਚ ਦੇਖਦੇ ਆ ਕਿ ਇਹ ਕੀ ਕਰਦੇ ਨੇ। ਮਤੇ ਤਾਂ ਇਹ, ਕਿਉਂਕਿ ਇਹ ਤਾਂ ਹੁਣ ਮਤਾ ਪਾ ਦਿੰਦੇ ਨੇ, ਮਤਾ ਕੋਈ ਹੱਲ ਥੋੜ੍ਹੀ ਹੈ। ਨਿਖੇਧੀ ਕਰਤੀ, ਉਹ ਪ੍ਰੈਸ 'ਚ ਆ ਗਈ, ਇੱਕ ਦਿਨ ਤੁਸੀਂ ਚੈਨਲਾਂ ਨੇ ਚਲਾ ਦੇਣੀ, ਅਖਬਾਰਾਂ 'ਚ ਛਪ ਜਾਣੀਆਂ, 30 ਦਿਨ ਉਹ ਖਤਮ ਹੋ ਜਾਂਦੀ ਹੈ। ਪਰ ਫਿਜ਼ੀਕਲ ਤੌਰ 'ਤੇ ਤੁਸੀਂ ਕੀ ਕਰ ਰਹੇ ਹੋ, ਯਤਨ ਕੀ ਕਰ ਰਹੇ ਹੋ? ਚਿੱਠੀਆਂ ਲਿਖ ਦੇਣੀਆਂ, ਫੇਸਬੁੱਕਾਂ 'ਤੇ ਪਾ ਦੇਣੀਆਂ, ਬਿਆਨ ਦੇ ਦੇਣੇ, ਇਹਦੇ ਨਾਲ ਮਸਲੇ ਨਹੀਂ ਨਾ ਹੱਲ ਹੋਣੇ। ਇਹਦੇ ਨਾਲ ਤਾਂ ਕਈ ਵਾਰੀ ਹੱਲ ਹੋਏ ਵਿਗੜ ਵੀ ਜਾਂਦੇ ਨੇ। ਗੱਲ ਇਹ ਹੈ ਕਿ ਤੁਸੀਂ ਕਰਦੇ ਕੀ ਹੋ, ਤੁਹਾਡਾ ਰੋਲ ਕੀ ਆ, ਤੋ ਉਹਦੇ ਲਈ ਤੁਰੋ, ਉਸ ਪਾਸੇ ਤੁਰੋ। ਤਾਂ ਮੈਂ ਠੀਕ ਹੈ ਕਿ ਵਿਚਾਰਾਂ ਕਈ ਵਾਰੀ ਮੇਰੀਆਂ ਨਹੀਂ ਸਿਰਸੇ ਨਾਲ ਮਿਲਦੀਆਂ, ਬੜੇ ਡਿਫਰੈਂਸਿਸ ਨੇ, ਪਰ ਫਿਰ ਵੀ ਮੈਂ ਸਮਝਦਾ ਕਿ ਚਲੋ ਜੇ ਉਹ ਯਤਨ ਕਰ ਰਿਹਾ ਕਿਸੇ ਲਾਹੇ ਵਾਸਤੇ ਭਾਵੇਂ ਕਰ ਰਿਹਾ, ਪਰ ਕਿਤੇ ਨਾ ਕਿਤੇ ਸਿੱਖਾਂ ਦਾ ਫਾਇਦਾ ਹੋਵੇ ਤਾਂ ਚੰਗੀ ਗੱਲ ਹੈ। ਅਤੇ ਜਿਹੜਾ ਵੀ ਕਰੂਗਾ, ਦੇਖੋ ਮੈਂ ਤੁਹਾਨੂੰ ਇੱਕ ਗੱਲ ਇਹ ਦੱਸ ਦਿੰਦਾ ਕਿ ਜਿਹੜਾ ਵੀ ਕਰੂਗਾ, ਭਾਵੇਂ ਉਹ ਸਾਡਾ ਵਿਰੋਧੀ ਵੀ ਹੋਵੇ, ਜੇ ਕਰੂਗਾ ਤਾਂ ਜ਼ਰੂਰ ਪ੍ਰਸ਼ੰਸਾ ਲਊਗਾ, ਤਾਂ ਮੈਂ ਤਾਂ ਕਰੂੰਗਾ ਉਹਦੀ ਪ੍ਰਸ਼ੰਸਾ ਜੀ। ਇਸ ਸਨ ਅੰਤਰਿੰਗ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਹਮੇਸ਼ਾ ਹੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਹਾਂ ਦਾ ਨਾਅਰਾ ਮਾਰਿਆ ਅਤੇ ਮਗਰਮੱਛ ਦੇ ਹੰਝੂ ਅੱਜ ਅਕਾਲੀ ਜਾਂ ਹੋਰ ਪਾਰਟੀਆਂ ਰੋ ਰਹੀਆਂ, ਪਰ ਕੁਰਸੀ ਦੀ ਲੜਾਈ ਨੂੰ ਲੈ ਕੇ ਉਹ ਲੜ ਰਹੀਆਂ ਨੇ, ਪਰ ਉਹਨਾਂ ਨੂੰ ਕਿਸੇ ਦੇ ਤੱਕ ਕੋਈ ਮਤਲਬ ਨਹੀਂ ਹੈਗੇ। ਸਕਰੋਲ ਪੰਜਾਬ ਟੀਵੀ ਤੋਂ ਫਤਿਹਗੜ੍ਹ ਸਾਹਿਬ ਤੋਂ ਰਜਿੰਦਰ ਸਿੰਘ ਭੱਟ ਦੀ ਵਿਸ਼ੇਸ਼ ਰਿਪੋਰਟ।